ਬਾਬਾ ਮੈਂ ਸਿਆਲਕੋਟ ਦਾ। अस्सलाम वालेकुम नाज़रीन, ਸਾਡੇ ਨਾਲ ਮੌਜੂਦ ਨੇ ਹੀਰ ਵਾਰਿਸ ਸ਼ਾਹ, ਜਿਹਨਾਂ ਨੇ ਲਿਖੀ ਸੀ ਉਸ ਕਿਤਾਬ ਨੂੰ ਆਸਾਨ ਅਲਫਾਜ਼ ਦੇ ਵਿੱਚ ਲੋਕਾਂ ਤੱਕ ਪਹੁੰਚਾਉਣ ਲਈ ਇਹਨਾਂ ਨੇ ਬੜੀ ਕੋਸ਼ਿਸ਼ਾਂ ਕੀਤੀਆਂ ਨੇ ਔਰ ਇਹਨਾਂ ਨੇ ਆਪਣੀ ਕਿਤਾਬ ਲਿਖੀ ਹੈ। ਆਓ ਤੁਹਾਨੂੰ ਇਹਨਾਂ ਨਾਲ ਮਿਲਵਾਉਂਦੇ ਹਾਂ ਔਰ ਤੁਹਾਨੂੰ ਦੱਸਦੇ ਹਾਂ ਕਿ ਇਹਨਾਂ ਨੂੰ ਕੀ ਮੁਸ਼ਕਿਲਾਤ ਔਰ ਕਿਸ ਤਰ੍ਹਾਂ ਇਹਨਾਂ ਨੇ ਸਟੈਪ ਬਾय ਸਟੈਪ ਮੁਕੰਮਲ ਕੀਤਾ ਇਸ ਕੰਮ ਨੂੰ। अस्सलाम वालेकुम जी। ਵਾਲੇਕੁਮ ਸਲਾਮ सर, ਤੁਹਾਡਾ ਪੂਰਾ ਨਾਮ ਕੀ ਹੈ? ਜੀ। ਅਬਦੁਰ रहमान ਤੇ ਕਲਮੀ ਨਾਂ ਸ਼ਾਹਬਾਜ਼ ਰਹਿਮਾਨ ਵਾਰਸੀ। ਠੀਕ ਹੈ, ਸ਼ਹਿਬਾਜ਼ ਰਹਿਮਾਨ ਵਾਰਸੀ ਜੀ। ਤੇ ਮੈਨੂੰ ਤੁਸੀਂ ਇਹ ਦੱਸੋ ਕਿ ਬਜ਼ੁਰਗੋ ਕਿ ਤੁਸੀਂ ਜਿਹੜੀ ਕਿਤਾਬ ਲਿਖੀ ਹੈ ਇਹ 'ਚ ਕੋਈ ਕਲਾਮ ਵੀ ਤੁਸੀਂ ਖੁਦ ਲਿਖਿਆ ਜਾਂ ਸਿਰਫ ਕਿਤਾਬ ਜਿਹੜੀ ਹੈ ਇਹਦੀ ਤਸ਼ਰੀਹ ਕੀਤੀ ਹੈ? ਨਹੀਂ ਜੀ, ਇਹਦੇ ਵਿੱਚ ਮੁਸ਼ਕਲ ਅਲਫਾਜ਼ ਔਰ ਮੈਨੇ ਦਿੱਤੇ ਨੇ ਮਤਨ ਦੇ ਥੱਲੇ। ਠੀਕ ਹੈ। ਤੇ ਮਕਾਮ ਅਫਰਾਦ ਜਿਹੜੇ ਨੇ ਉਹ ਜਿਹੜੇ ਪੀਰ ਵਾਰਿਸ ਸ਼ਾਹ ਸਾਹਿਬ ਨੇ ਵਿੱਚ ਈਸਾ अलैहिस्सलाम ਕੌਣ ਸਨ, ਪਾਰਵਤੀ ਕੌਣ, ਮਹਾਦੇਵ ਕੌਣ, ਸਭ ਦੇ ਪਿੱਛੇ ਅਸੀਂ ਕਰੈਕਟਰ ਜਿਹੜੇ ਨੇ ਉਹ ਪਿੱਛੇ ਵਾਕਿਆ ਦਿੱਤੇ ਨੇ। ਅੱਛਾ, ਕਰੈਕਟਰ ਔਰ ਉਹਨਾਂ ਦੀਆਂ ਸਟੋਰੀਆਂ ਪੂਰੀਆਂ ਬਿਆਨ ਕੀਤੀਆਂ ਨੇ। ਬਿਆਨ ਕੀਤੀਆਂ ਨੇ ਜਿੰਨੀ ਠੀਕ ਕਿ ਹੈ। ਬੰਦੇ ਨੂੰ ਸਮਝ ਆ। ਤੇ ਇਹ ਤੁਸੀਂ ਕਰਨ ਦੇ ਲਈ ਤੁਹਾਨੂੰ ਕਿੱਦਾਂ ਤਸਦੀਕ ਕਰਦੇ ਰਹੇ, ਕਿਸ ਤਰ੍ਹਾਂ ਲੋਕਾਂ ਕੋਲੋਂ ਇਨਫੋਰਮੇਸ਼ਨ ਲੈਂਦੇ ਰਹੇ ਤੁਸੀਂ? ਇਹ ਜੀ ਅਸੀਂ 2000 ਦੇ ਵਿੱਚ ਸ਼ੁਰੂ ਕੀਤਾ ਤੇ 7 ਦੇ ਵਿੱਚ ਮੁਕੰਮਲ ਹੋਈ। ਇਹ ਜਿਹੜਾ ਤੁਸੀਂ ਕਲਾਮ ਹੈ, ਇਹ ਜਦੋਂ ਤੁਸੀਂ ਕਿਤਾਬ ਲਿਖੀ ਹੈ, ਮਵਾਦ ਜਿਹੜਾ ਹੈ ਤੁਸੀਂ ਕਿੱਥੋਂ ਇਕੱਠਾ ਕੀਤਾ, ਕਿੱਥੋਂ ਤਸਦੀਕ ਕੀਤੀ ਹੈ? ਸਾਡੇ ਕੋਲ ਇਮਾਮ ਅਲੀਉਲ ਹਕ ਹਸਤੀ ਨੇ, ਦਰਬਾਰ ਸਿਆਲਕੋਟ ਦਾ ਮਸ਼ਹੂਰ। ਜੀ ਜੀ। ਤੇ ਉਹ ਉੱਥੇ ਖੂਹ ਹੈ ਤੇ ਪੁਰਾਣੇ ਲੋਕ ਨਾ ਜਿਹੜੇ ਦਰਿਆ ਤੇ ਖੂਹ ਪੁਰਾਣੇ ਨੇ ਨਾ, ਕੁਰਾਨ ਪਾਕ ਉਹਦੇ ਵਿੱਚ ਜਿਹੜੇ ਨਾ ਰੱਖ ਦਿੰਦੇ ਨੇ ਕਿ ਬੇਅਦਬੀ ਨਾ ਹੋਵੇ। ਅੱਛਾ, ਜਿਹੜਾ ਅਦਬ ਹੈ ਇਨਸਾਨ ਦਾ, ਉਹ ਖੂਹ ਦੇ ਵਿੱਚ ਰੱਖ ਦਿੰਦੇ ਆ ਖੂਹ ਦੇ ਵਿੱਚ। ਤੇ ਉਹ ਨਾਲ ਦਰਿਆ 'ਚ ਕਿਤੇ ਸੁੱਟ ਦੇਣੀਆਂ ਜੇ ਮਤਲਬ ਇਸ ਤਰ੍ਹਾਂ। ਹਾਂਜੀ, ਵੀ ਬਹਾ ਦਿੰਦੇ ਨੇ ਪਾਣੀ ਦੇ ਵਿੱਚ ਤਾਂ ਕਿ ਮੂੰਹ ਨਿਕਲ ਗਿਆ। ਮਕਸਦ ਇਹ ਵੇ ਕਿ ਉਹ ਉਧਰ ਨਜ਼ਰ ਕਰ ਦਿੰਦੇ ਨੇ ਵੀ ਬੇਅਦਬੀ ਨਾ ਹੋਵੇ, ਬੇਅਦਬੀ ਨਾ ਹੋਵੇ ਕਿਸੇ ਤੇ ਕਿਸਮ। ਉਹ ਫਿਰ ਜਿਹੜੇ ਪੁਰਾਣੇ ਲੋਕ ਸਨ ਨਾ, ਕੁਰਾਨ ਪਾਕ ਤੇ ਪੜ੍ਹਦੇ ਸਨ। ਤੇ ਹੀਰ ਵਾਰਿਸ ਸ਼ਾਹ ਸਾਹਿਬ ਜਿਹੜੇ ਨਾ ਪਾਕਾਂ ਦਾ ਜਿਹੜਾ ਤਸੱਵੁਫ ਕਲਾਮ ਹੈ, ਇਹ ਸ਼ੇਰੋ ਸ਼ਾਇਰੀ, ਇਹ ਵੀ ਨਾਲ ਲੋਕ ਜਿਹੜੇ ਪੜ੍ਹਦੇ ਸਨ। ਅੱਜ ਤੇ ਨੈਟ ਦਾ ਦੌਰ ਹੈ ਨਾ, ਜਾਂ ਟੇਪਾਂ ਦਾ ਜਾਂ ਜੋ ਵੀ। ਤੇ ਉਹ ਕਹਿੰਦੇ ਹਨ ਸਾਡਾ ਬਾਬਾ ਤੇ ਚਲਾ ਗਿਆ, ਗੁਜ਼ਰ ਗਿਆ, ਤੇ ਆ ਕੁਰਾਨ ਪਾਕ ਥੋੜਾ ਸ਼ਹੀਦ ਹੋ ਗਿਆ। ਤੇ ਇਹ ਕਿਤਾਬ ਵੀ ਹੀਰ ਵਾਰਿਸ ਸ਼ਾਹ ਜਿਹੜੀ ਹੈ ਜਾਂ ਜਿਹੜੀ ਸੂਫੀਆ ਕਰਾਮ ਦੀਆਂ ਕਿਤਾਬਾਂ ਨੇ, ਉਹ ਵੀ ਖੂਹ ਦੇ ਵਿੱਚ ਸੁੱਟ ਦਿੰਦੇ ਆ। ਅੱਛਾ ਅੱਛਾ ਤੇ ਅਸੀਂ ਉੱਥੇ ਜਾ ਕੇ ਬਹਿੰਦੇ ਸਾਂ। ਅੱਛਾ ਅੱਛਾ। ਉਹ ਮੇਰੇ ਨਾਲ ਦੇ ਵੀ, ਤੇ ਉਹ ਕਿਸੇ ਨੂੰ ਕਹਿ ਕੇ ਨਾ, ਤੇ ਅਸੀਂ ਉਹ ਤੋਂ ਫੋਲਾ ਫਲਾਈ ਕਰਕੇ ਤੇ ਹੀਰ ਵਾਰਿਸ ਸ਼ਾਹ ਦੀਆਂ 1-2 ਕਿਤਾਬਾਂ ਸਾਡੇ ਕੋਲ ਆਇਆ ਨੇ, ਉਹਦੇ ਵਿੱਚੋਂ ਪੁਰਾਣੀਆਂ ਸਾਨੂੰ ਮਿਲੀਆਂ, ਜਿਹੜੀਆਂ ਤੁਹਾਨੂੰ ਕਾਫੀ ਪੁਰਾਣੀਆਂ ਮਿਲ ਗਈਆਂ। ਤੇ ਉਹ ਸਾਨੂੰ ਮੁਆਦ ਜਿਹੜਾ ਕੰਮ ਆਇਆ, ਉਹ ਪੁਰਾਣੀਆਂ ਮਿਲੀਆਂ ਤੇ ਇਹ ਪੀਰਾਂ ਦਿੱਤੇ ਦੀਆਂ ਨੇ। ਅੱਗੇ ਆ ਕੇ ਮੁਖਤਸਰ ਗੱਲ ਕਰਨੇ ਕਿ ਮੁਹੰਮਦ ਸ਼ਰੀਫ ਸਾਬਰ ਸਾਹਿਬ ਹੋਏ ਨੇ, ਉਹਨਾਂ ਨੇ ਆਪਣੀ ਕਿਤਾਬ ਜਿਹੜੀ ਐਡਿਟ ਕੀਤੀ ਹੈ ਪੀਰ ਵਾਰਿਸ ਸ਼ਾਹ ਸਾਹਿਬ ਦਾ ਕਲਮੀ ਨੁਸਖਾ, ਜਿਹੜਾ ਨਾ ਤਕਰੀਬਨ 22 ਨੁਸਖੇ ਨੇ। ਤੇ ਉਹ ਉਹਨਾਂ ਤੋਂ ਮੁਸਤਫਿਦ ਹੋ ਕੇ ਨਾ ਉਹਨਾਂ ਨੇ ਛਾਂਟੀ ਕਰਕੇ ਤੇ ਉਹ ਇੱਕ ਕਿਤਾਬ ਬਣਾਈ ਹੈ। ਅੱਛਾ, ਹੀਰ ਵਾਰਿਸ ਸ਼ਾਹ। ਠੀਕ ਹੈ। ਤੇ ਉਹ ਸਾਨੂੰ ਲੜ ਗਈ, ਸਾਨੂੰ ਉਹਦੇ ਮੈਨੇ ਜਿਹੜੇ ਨੇ ਉਹ ਜਿਹੜਾ ਅਸੀਂ ਕੰਮ ਕੀਤਾ ਨਾ, ਉਹਨਾਂ ਦੀ ਵਜ੍ਹਾ ਤੇ ਬਹੁਤ ਜ਼ਿਆਦਾ ਕੰਮ ਕਰ ਲਿਆ ਸੀ। ਸਾਡਾ ਦਿਲ ਕੀਤਾ ਕਿ ਅਸੀਂ ਇਹ ਜਿਹੜੇ ਮੈਨੇ ਨਾ ਉਹਨਾਂ ਦੇ ਬਾਬਾ ਜੀ ਦੇ ਇਹ ਅੱਗੇ ਪਹੁੰਚਾਈਏ ਤਾਂ ਕਿ ਆਮ ਬੰਦੇ ਦੀ ਸਮਝ ਆ ਜਾਵੇ। ਤੇ ਉਹ ਸਾਈਂ ਨੇ ਸਾਡੇ ਕੋਲ ਕੰਮ ਕਰਾ ਲਿਆ। ਜ਼ਾਹਰ ਜੀ ਗੱਲ, ਮਾਰਫਤ ਹਰ ਬੰਦੇ ਦੇ ਪਾਸ ਦਾ ਰੋਗ ਨਹੀਂ। ਜੀ 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 ਜੀ, ਬਿਲਕੁਲ ਏਦਾਂ ਹੀ ਹੈ। ਤੇ ਮੈਨੂੰ ਤੁਸੀਂ ਇਹ ਦੱਸੋ ਕਿ ਕਿਤਾਬ ਲਿਖਣ ਦੇ ਵਿੱਚ ਕੀ ਰੁਕਾਵਟਾਂ ਆਈਆਂ, ਕੀ ਪਰੇਸ਼ਾਨੀਆਂ ਬਣੀਆਂ? ਬਹੁਤ ਜ਼ਿਆਦਾ ਮੁਸ਼ਕਲਾਂ ਆਈਆਂ ਨੇ। ਅਸੀਂ ਹੱਥ ਦੇ ਨਾਲ ਲਿਖਾਈ ਕਰਾਈ ਹੈ ਜੀ। ਇੱਕ ਤੇ ਕੰਪਿਊਟਰ ਦੀ ਹੈ ਨਾ, ਹਾਂਜੀ, ਉਹ ਦਰਵਾਜ਼ਾ ਵਗੈਰਾ ਕੰਪਿਊਟਰ ਦਾ ਹੋਏਗਾ, ਲੇਕਿਨ ਉਹ ਜਿਹੜੀ ਦੂਸਰੀ ਹੈ ਨਾ ਮਤਨ, ਹਾਂਜੀ, ਪੀਰ ਵਾਰਿਸ ਸ਼ਾਹ ਸਾਹਿਬ ਦਾ, ਉਹ ਹੱਥ ਦੇ ਨਾਲ, ਕਲਮ ਦੇ ਨਾਲ। ਅੱਛਾ, ਹਾਂਜੀ, ਜ਼ਬਰਦਸਤ। ਤੇ ਇਹ ਜਿਹੜੀ ਤੁਸੀਂ ਕਿਤਾਬ ਲਿਖੀ ਜਾਂ ਇਹ ਜਦੋਂ ਤੁਸੀਂ ਇਹਦੀ ਕਾਪੀ ਤਿਆਰ ਕਰਵਾਈ, ਇਸ ਕਿਤਾਬ ਨੂੰ ਤੁਸੀਂ ਲਿਆਂਦਾ ਮਾਰਕੀਟ ਦੇ ਵਿੱਚ ਲਾਂਚ ਕੀਤਾ, ਤੇ ਇਹਦਾ ਖਰਚਾ ਕਿੰਨੇ ਚੱਕਿਆ? ਖਰਚਾ ਇਹ ਸਾਡਾ ਜਿਹੜਾ, ਮੈਂ ਤੇ ਇੱਧਰਲਾ ਜਿਹੜਾ ਸਫ਼ਰ ਮੇਰਾ ਸਾਈਂ ਨੇ ਇੱਧਰ ਕਰ ਛੱਡਿਆ, ਉਹ ਫਿਰ ਪਿੱਛੋਂ ਜਿਹੜਾ ਵੀ ਇੱਕ ਭੈਣਾਂ ਨੂੰ ਦੇ ਦੋ ਕੇ ਹਿੱਸਾ ਜਿਹੜਾ ਮੇਰੇ ਹਿੱਸੇ ਆਇਆ, ਫਿਰ ਉਹ ਅਸੀਂ ਇੱਥੇ ਹੀ ਲਾ। ਅੱਛਾ, ਮਤਲਬ ਤੁਸੀਂ ਆਪਣੇ ਹੀ ਜਿਹੜੇ ਤੁਹਾਨੂੰ ਵਿੱਚੋਂ ਪੈਸੇ ਆਏ ਉਹਨੂੰ
ਅੱਛਾ ਉੱਥੇ ਸਰਵ ਕਰ ਦਿੰਦਾ ਜੀ। ਠੀਕ ਨਾਜ਼ਰੀਨ, ਤੁਸੀਂ ਦੇਖ ਸਕਦੇ ਹੋ ਕਿ ਇਸ਼ਕ ਇਹ ਚੀਜ਼ ਹੈ, ਜਿਹੜਾ ਇਸ਼ਕ ਲੋਕ ਕਹਿੰਦੇ ਫਿਰਦੇ ਨੇ ਨਾ, ਉਹ ਇਸ਼ਕ ਕੁਝ ਵੀ ਨਹੀਂ। ਦੇਖੋ, ਉਹਨਾਂ ਨੇ ਲੋਕਾਂ ਦੀ ਆਸਾਨੀ ਲਈ ਇੱਕ ਕਿਤਾਬ ਲਿਖੀ, ਖੁਦ ਤੇ ਉਹ ਇਸ ਇਸ਼ਕ ਤੋਂ ਵਾਕਿਫ ਹੋ ਚੁੱਕੇ ਸਨ, ਉਹਨਾਂ ਦੀ ਰਮਜ਼ ਸਮਝ ਆ ਜਾਂਦੀ ਸੀ ਉਹਨਾਂ ਨੂੰ, ਉਹ ਕਿੱਥੇ ਕੀ ਕਹਿਣਾ ਚਾਹ ਰਹੇ ਨੇ। ਉਹਨਾਂ ਨੇ ਲੋਕਾਂ ਦੀ ਆਸਾਨੀ ਲਈ ਆਪਣੀ ਜ਼ਿੰਦਗੀ ਦੀ ਜਮ੍ਹਾਂ ਪੂੰਜੀ ਇਸ ਕਿਤਾਬ ਦੇ ਉੱਤੇ ਲਗਾ ਦਿੱਤੀ। ਸ਼ੁਕਰ ਅੱਲਾਹ। ਜ਼ਿਆਦਾ ਤੋਂ ਜ਼ਿਆਦਾ ਇਹਨਾਂ ਨੂੰ ਇਸ ਉਮਰ ਦੇ ਵਿੱਚ ਪੈਸਿਆਂ ਦੇ ਨਾਲ ਕੋਈ ਲਾਲਚ ਨਹੀਂ ਹੋਏਗਾ, ਨਾ ਹੀ ਇਸ ਉਮਰ 'ਚ ਇਹਨਾਂ ਨੇ ਪੈਸੇ ਕਿਤੇ ਲੈ ਜਾਣੇ ਨੇ। ਇਹਨਾਂ ਨੂੰ ਕਮ ਸੇ ਕਮ ਦੁਨੀਆ ਦੇ ਜਿੰਨੇ ਬਚਪਨ 'ਚ ਸਾਂਭਿਆ ਉਹ ਬੁਢਾਪੇ 'ਚ ਵੀ ਸਾਂਭਦਾ ਹੀ ਹੈ, ਹਰ ਜਗ੍ਹਾ ਸਾਂਭਦਾ ਬਾਬਾ। ਬਿਲਕੁਲ ਏਦਾਂ ਹੀ ਹੈ। ਤੇ ਜਿਨ੍ਹਾਂ ਨੇ ਜਵਾਨੀ 'ਚ ਨਹੀਂ ਪੈਸੇ ਨੂੰ ਕੁਝ ਸਮਝਿਆ, ਉਹਨਾਂ ਨੇ ਇਸ ਉਮਰ ਕੀ ਕਰਨਾ ਉਸ ਪੈਸੇ ਦਾ, ਤੇ ਲਿਹਾਜ਼ਾ ਜ਼ਿਆਦਾ ਤੋਂ ਜ਼ਿਆਦਾ ਇਹਨਾਂ ਨੂੰ ਲੋਕਾਂ ਦੇ ਅੱਗੇ ਆਵਾਜ਼ ਇਹਨਾਂ ਦੀ ਪਹੁੰਚਾਓ, ਜ਼ਿਆਦਾ ਤੋਂ ਜ਼ਿਆਦਾ, ਤਾਂ ਕਿ ਦੁਨੀਆ ਦੇ ਵਿੱਚ ਮੁਖਤਲਿਫ ਜਗ੍ਹਾ ਤੇ ਜਾ ਕੇ ਆਪਣੀਆਂ ਖਿਦਮਾਤ ਸਰ ਅੰਜਾਮ ਦੇ ਸਕਣ। ਇਹਨਾਂ ਨੇ ਮੁਖਤਲਿਫ ਦਰਬਾਰਾਂ ਦੇ ਉੱਤੇ ਜਾ ਕੇ ਇਹ ਪਰਫਾਰਮੈਂਸ ਦਿੰਦੇ ਨੇ, ਜਿਹੜੀ ਲੋਕਾਂ ਦੀ ਖਾਹਿਸ਼ ਦੇ ਉੱਤੇ ਦਿੰਦੇ ਨੇ। ਉਹ ਵੀ ਇਸ ਲਾਲਚ ਨਹੀਂ ਕਿ ਮੈਨੂੰ ਲੋਕ ਸੁਣਨ ਵਾਲੇ ਨੇ, ਇਹ ਜਾਂਦੇ ਉੱਥੇ ਖੁਦ ਲੋਕਾਂ ਨੂੰ ਸੁਣਨ ਲਈ। ਦੁਨੀਆ ਰੰਗ ਬਰੰਗੀ ਹੈ। ਹਾਂਜੀ, ਬਿਲਕੁਲ ਐਸਾ ਹੀ ਹੈ। ਤੇ ਬਾਬਾ ਜੀ, ਤੁਹਾਡੀ ਕਿਤਾਬ ਲਿਖਣ ਵਿੱਚ ਕੋਈ ਇਸ਼ਕ ਨੇ, ਕੋਈ ਹੀਰ ਨੇ ਇਸ਼ਕ ਨਾਲ ਨਵਾਂ ਕੀਤਾ, ਇਸ਼ਕ ਕੀਤਾ ਹੈ ਖਲਕਤਾਂ ਸਾਰੀਆਂ ਜੀ। ਏਦਾਂ ਹੀ ਬਿਲਕੁਲ ਏਦਾਂ ਹੀ, ਬਿਲਕੁਲ ਇਸ ਤਰ੍ਹਾਂ ਹੀ ਹੈ। ਬਾਬਾ ਜੀ, ਤੁਹਾਡੀ ਕਿਤਾਬ ਮੁਕੰਮਲ ਕਰਨ ਦੇ ਵਿੱਚ ਤੁਹਾਨੂੰ ਕਿੰਨੇ ਸਾਲ ਲੱਗ ਗਏ? ਇਹ ਜੀ 2000 ਦੇ ਵਿੱਚ, ਪਹਿਲਾਂ ਤਾਂ ਅਸੀਂ ਕਾਵਿਸ਼ ਕਰਦੇ ਰਹੇ ਹਾਂ 2000 ਤੋਂ ਪਹਿਲਾਂ, ਉਹ ਦਿਲਚਸਪੀ ਜਿਹੜੀ ਜੋ ਵੀ ਹੈ, ਉਹ 2000 ਦੇ ਵਿੱਚ ਅਸੀਂ ਜਿਹੜਾ ਨਾ ਇਹਨੂੰ ਸ਼ੁਰੂ ਕਰ ਦਿੱਤਾ ਹੈ। ਅੱਛਾ, ਜਿਹੜਾ ਕਿ 7 ਸਾਲ ਲੱਗੇ ਨੇ 2007 ਦੇ ਵਿੱਚ ਹੈ। 2000 ਤੋਂ ਪਹਿਲੇ ਸਲਾਮਾਂ ਕਰਦੇ ਰਹੇ, 2000 ਤੋਂ ਬਾਅਦ ਕੰਮ ਸ਼ੁਰੂ ਕਰ ਦਿੱਤਾ ਜੀ, ਅਮਲ ਦਰਾਮ। ਬਿਲਕੁਲ ਜੀ। ਤੇ ਕਿੰਨੇ ਸਾਲ ਲੱਗੇ ਇਹਨੂੰ ਮੁਕੰਮਲ ਹੋਣ ਦੇ ਵਿੱਚ? 7 ਸਾਲ। 7 ਸਾਲ ਜੀ। 2000 ਸ਼ੁਰੂ ਕੀਤੀ ਤੇ 2007 ਦੇ ਵਿੱਚ ਮੁਕੰਮਲ ਹੋਈ ਜੀ। ਤੇ ਇਹਦੇ ਵਿੱਚ ਇਹਦੇ ਵਰਕੇ ਤੇ ਲਿਖਿਆ ਹੈ ਕਿ ਕਿਹੜੀਆਂ ਕਿਹੜੀਆਂ ਕਿਤਾਬਾਂ ਤੋਂ ਇਸਤਫਾਦਾ ਅਸੀਂ ਹਾਸਿਲ ਕੀਤਾ ਹੈ। ਮਾਸ਼ਾਅੱਲਾ, ਤੇ ਜ਼ਬਰਦਸਤ। ਤੇ ਤੁਸੀਂ ਵਾਰਿਸ ਸ਼ਾਹ ਸਾਹਿਬ ਨੂੰ ਇੰਝ ਦਾ ਹੈ ਉਹ ਕਿ ਇਹ ਐਕ ਦੇ ਬੰਨ ਤੇ ਰਹਿੰਦੇ ਨੇ ਸਿਆਲਕੋਟ, ਤੇ ਇਹ ਹੀਰ ਪਤਾ ਨਹੀਂ ਇਹਨਾਂ ਨੂੰ ਲੱਭੀ ਹੈ ਕਿ ਨਹੀਂ ਲੱਭੀ, ਇਸ ਤਰ੍ਹਾਂ ਦਾ ਲੈਕਚਰ ਹੈ ਉਹਨਾਂ ਦਾ। ਤੇ ਲੱਭਦੇ ਲੱਭਦੇ ਆਪ ਹੀ ਰਾਂਝੀ ਹੋ ਗਏ ਨੇ ਜਾਂ ਹੀਰ ਹੋ ਗਈ, ਇਸ ਤਰ੍ਹਾਂ ਦਾ ਕੰਮ ਉਹਨਾਂ ਨੇ ਕਿਹਾ। ਤੇ ਤੁਹਾਨੂੰ ਇਹ ਕਿਤਾਬ ਲਿਖਣ ਦੇ ਵਿੱਚ ਕੀ ਕੀ ਪਰੇਸ਼ਾਨੀਆਂ ਆਈਆਂ? ਇਹ ਜੀ ਪਹਿਲੇ ਨੰਬਰ ਦੇ ਉੱਤੇ ਪੈਸੇ ਤੋਂ ਬਗੈਰ ਤੇ ਕਦਮ ਨਹੀਂ ਪੁੱਟਿਆ ਜਾਂਦਾ ਬਾਜ਼ਾਰ। ਤੇ ਇਹਦੇ ਤੋਂ ਅੱਗੇ ਅਸੀਂ ਸਾਈ ਲੋਕ ਹਾਂ, ਅਸੀਂ ਤਵੱਕਲ ਜਿਹੜਾ ਵੇ ਉਹਦੀ ਪਤਾ ਨਹੀਂ ਲੱਗਦਾ ਕਿ ਕਿੱਧਰੋਂ ਤੋਂ ਲੱਖ ਇੱਕ ਮਿੰਟ ਚ ਉਹਦੀ ਕਰ ਛੱਡਦਾ ਹੈ, ਕਦੋਂ ਖੁਦਾਈ ਤਾਕਤ ਆ। ਤੇ ਜਿਹਨੂੰ ਆਪਣੇ ਵੱਲ ਟੋਰਦਾ ਉਹਨੂੰ ਇਹੋ ਜਿਹੀਆਂ ਝਲਕਾਂ ਦੇ ਕੇ ਟੋਰਦਾ ਨਾ ਕਿ ਯਾਰ ਮੈਂ ਤੇ ਇੰਨੇ ਜੋਗਾ ਨਹੀਂ ਸਾਂ ਤੇ ਸਾਈ ਨੇ ਕਿੰਨਾ ਕਰਮ ਕੀਤਾ। ਬਿਲਕੁਲ ਐਸਾ ਹੀ। ਉਹ ਫਿਰ ਬੰਦਾ ਅੱਗੇ ਵੱਧਦਾ ਰਹਿੰਦਾ। ਤੇ ਉਹ ਜੀ, ਤੁਹਾਨੂੰ ਬਾਬਾ ਜੀ ਵਾਰਿਸ ਸ਼ਾਹ ਸਾਹਿਬ ਦੀ ਜੀ ਸਭ ਤੋਂ ਅਨੋਖੀ ਜੀ ਔਰ ਚੰਗੀ ਅਦਾ ਕਿਹੜੀ ਲੱਗੀ? ਟੁੱਕ ਪੜਦਾ ਮੂੰਹ ਥੀ ਲਾ ਇਹ ਵਾਰਿਸ ਸ਼ਾਹ, ਦਰਸ ਦੀ ਚਾਹ ਖਲੋਤੇ ਰਾਹ ਤੇ ਕਰਨੇ ਨਿਗਾਹ ਭੁੱਖੇ ਦੀਦਾਰ ਦੇ। ਉਹ ਜਿਹੜਾ ਦਰਸ਼ਨ ਨਾ ਉਹਨਾਂ ਦਾ ਕਰਨਾ, ਤਲਬ ਕਰਨੀ ਹੱਕ ਦੀ ਸੱਚ ਦੀ, ਉਹਨਾਂ ਦਾ ਆਲਾ ਸੀ, ਉਹਨਾਂ ਦਾ ਇਸ਼ਕਾਨਾ ਹੈ। ਅੱਛਾ, ਕਹਿੰਦੇ ਨੇ ਤੇਰਾ ਰੱਬ ਕਿਹੋ ਜਿਹਾ, ਤੇਰਾ ਇਸ਼ਕ ਕਿਹੋ ਜਿਹਾ, ਉਹ ਜ਼ਾਹਿਰ ਹੈ। ਤੇ ਵਾਰਿਸ ਸ਼ਾਹ ਸਾਹਿਬ ਤੁਹਾਡੀ ਨਜ਼ਰ 'ਚ ਤੁਹਾਡੇ ਲਈ ਕੀ ਨੇ? ਉਹ ਮੈਂ ਲਿਖਿਆ ਅੱਲਾਹੂ ਅਲੀ ਰਮਜ਼ ਸੁਨਾ ਬਾਬਾ ਮੈਂ ਸਿਆਲਕੋਟ ਦਾ। ਉਹਦੇ ਟੋਨ ਹੈ ਵੇ ਉਹਦੇ ਉੱਤੇ ਜਿਹੜੀ ਗੱਡੀ ਚਲਾਣੀ ਹੈ ਇਸ ਸੜਕ ਤੇ। ਅੱਲਾਹੂ ਅਲੀ ਰਮਜ਼ ਸੁਨਾ, ਅੱਲਾਹੂ ਅਲੀ ਰਮਜ਼ ਸੁਨਾ
बाबा मैं सियालकोट दा अल्लाहू वाली रमज सुना, अल्लाहू वाली रमज सुना। बाबा मैं सियालकोट दा अल्लाहू 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 अल्लाहू। अंतरा जिहड़ा आपने पूछा मकता वारस शाह साडा दीन ते ईमान, 14 तबकां नूं करदा बयान। वारस शाह साडा दीन ते ईमान, 14 तबकां नूं करदा बयान। ओ 14 तबकां नूं करदा बयान। शाहबाज रहमान कहंदा बाबा मैं सियालकोट दा अल्लाहू वाली रमज सुना, अल्लाहू वाली रमज सुना। बाबा मैं सियालकोट दा अल्लाहू अल्लाहू। बहुत खूब, बहुत खूब जी। नाजरीन, जैसा कि ਤੁਸੀਂ ਅੱਜ ਦੇਖਿਆ ਕਿ ਇੱਕ ਸੂਫੀ ਰੰਗ ਨਾਲ ਅਸੀਂ ਤੁਹਾਨੂੰ ਇੰਟਰੋਡਿਊਸਡ ਕਰਵਾਇਆ। ਇਹ ਉਹ ਸੂਫੀ ਰੰਗ ਹੈ ਜਿਹੜਾ ਕਿ ਕੋਈ ਖਰੀਦ ਨਹੀਂ ਸਕਦਾ, ਨਾ ਹੀ ਇਹ ਕਿਸੇ ਦੇ ਕੋਲੋਂ ਕਿਸੇ ਨੂੰ ਮਿਲਦਾ ਹੈ। ਇਹ ਆਪਣੇ ਅੰਦਰ ਆਪ ਹੀ ਪੈਦਾ ਹੁੰਦੀ ਹੈ ਚੀਜ਼, ਤੇ ਇਨਸਾਨ ਲੱਭਣ ਟੁਰ ਪੈਂਦਾ ਹੈ। ਜੀ 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 ਉਹਨੂੰ ਉਹ ਲੋਕ ਮਿਲਦੇ ਜਾਂਦੇ ਨੇ ਰਾਸਤੇ ਦੇ ਵਿੱਚ। ਉਹ ਲੋਕ ਕੋਈ ਇੱਧਰ ਨੂੰ ਲੈ ਜਾਂਦਾ, ਕੋਈ ਇੱਧਰ ਨੂੰ ਲੈ ਜਾਂਦਾ। ਇਹ ਉਹ ਲੋਕ ਨੇ ਜਿਹੜੇ ਹਰ ਤਰਫ ਹੀ ਚਲੇ ਜਾਂਦੇ ਨੇ, ਤੇ ਜਿੱਧਰ ਜਾਂਦੇ ਨੇ ਮੁਹੱਬਤਾਂ ਵੰਡਦੇ ਆਉਂਦੇ ਨੇ ਤੇ ਮੁਹੱਬਤਾਂ ਸਮੇਟਦੇ ਵੀ ਆਉਂਦੇ ਨੇ। ਅਮਾਨਤ ਹੁੰਦੇ ਆ ਕੌਮ ਦੀ, ਇਹ ਕੌਮ ਦੀ ਅਮਾਨਤ ਨੇ। ਇਹ ਸਹੀ ਪੇਸ਼ ਹੋਣਾ ਚਾਹੀਦਾ ਕਿ ਕੌਮ ਦੇ। ਇਹ ਤੁਹਾਡੀ ਸਕਾਫਤ ਨੇ। ਇਸ ਸਕਾਫਤ ਨੂੰ ਬਰਕਰਾਰ ਰੱਖੋ, ਇਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਪੋਰਟ ਕਰੋ ਔਰ ਇਹਨਾਂ ਨੂੰ ਦਾਵਤਾਂ ਦਿਓ। ਬਾਹਰ ਮਮਾਲਿਕ ਦੇ ਵਿੱਚ ਜਿਹੜੇ ਲੋਕ ਬੈਠੇ ਸਪੋਰਟ ਕਰ ਰਹੇ ਨੇ ਉਹਨਾਂ ਲੋਕਾਂ ਨੂੰ, ਟੈਲੈਂਟ ਨੂੰ, ਉਹ ਇਹਨਾਂ ਨੂੰ ਬੁਲਾਓ, ਬੁਲਾ ਕੇ ਇਹਨਾਂ ਨੂੰ ਇੰਟਰੋਡਿਊਸਡ ਕਰਵਾਓ ਦੁਨੀਆ ਦੇ ਨਾਲ, ਤਾਂ ਕਿ ਦੁਨੀਆ ਨੂੰ ਪਤਾ ਲੱਗੇ ਕਿ ਪਾਕਿਸਤਾਨ ਦੇ ਕੋਲ ਕੀ ਮੌਜੂਦ ਨੇ। ਪਾਕਿਸਤਾਨ ਦੇ ਕੋਲ ਬਾਬਾ ਜੀ ਸਾਈਂ ਸ਼ਹਿਬਾਜ਼ ਰਹਿਮਾਨ ਵਾਰਸੀ ਵੀ ਮੌਜੂਦ ਹੈ। ਬਹੁਤ ਸ਼ੁਕਰੀਆ। ਖੈਰ